ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਜੋ ਸੂਰ ਸੰਤ ਸਰੀਤੀ, ਪੜ੍ਹੈ ਸੁਣੈ ਸਤ ਸੰਗ ਸਪ੍ਰੀਤੀ। ਇੱਕ ਜੋ ਸੂਰ ਸੰਤ ਸਰੀਤੀ, ਪੜ੍ਹੈ ਸੁਣੈ ਸਤ ਸੰਗ ਸਪ੍ਰੀਤੀ। ਸਤਨਾਮ ਸਿਰੇ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਗ੍ਰਹਿ ਵਾਸੀ। ਕਰਤ ਪੂਰਬ ਪਾਪ ਮਿਟੇ ਸਭੀ, ਹਰ ਕੇ ਦਲੋਏ ਸਵੈ ਖਿਨ ਨਾਸੀ। ਇਤ ਮਾਨ ਬੁਧੇ ਤਰੀ ਜਗ ਮੈਂ, ਪਰ ਪੂਰਨ ਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪ੍ਰਗਾਸੀ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਗੁਰੂ ਬਾਬਾ ਜੀ ਨੇ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਹਿੰਦੁਸਤਾਨ ਦੇ ਜਿਹੜੇ ਸੀ ਬਹੁਤ ਵੱਡੇ ਮਹਾਨ ਮੰਨੇ ਪਰਮੰਨੇ ਤੀਰਥ, ਉਹਨਾਂ ਦੇ ਉੱਪਰ ਰਟਨ ਕੀਤਾ ਸ਼ੁਰੂ ਕੀਤਾ ਹੋਇਆ। ਪਹਿਲਾਂ ਸਤਿਗੁਰੂ ਜੀ ਨੇ ਕੁਰਸ਼ੇਤਰ ਦੇ ਵਿੱਚ ਵੀ ਜਾ ਕੇ ਭੁੱਲੇ ਫਟ ਕੇ ਮੁਸਾਫਰਾਂ ਨੂੰ ਸਿੱਧੇ ਰਸਤੇ ਪਾਇਆ। ਇਸ ਤੋਂ ਅੱਗੇ ਜਾ ਕੇ ਗੁਰੂ ਬਾਬਾ ਜੀ ਹਰਿਦੁਆਰ ਪਹੁੰਚੇ। ਇਸ ਤੀਰ ਦੇ ਉੱਪਰ ਵੀ ਮਹਾਂਪੁਰਬਾਂ ਦੇ ਟਾਈਮ 'ਤੇ ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਦੇ ਲੋਕ ਇਕੱਠੇ ਹੋਇਆ ਕਰਦੇ ਸੀ। ਅਯੋਧਿਆ ਪੁਰੀ, ਜਿੱਥੇ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਪ੍ਰਗਟ ਹੋਏ ਸੀ, ਧਰਤੀ ਦਾ ਭਾਰ ਹੌਲਾ ਕਰਨ ਦੇ ਲਈ ਇਹਨਾਂ ਨੂੰ ਵੀ ਸਤਿਗੁਰੂ ਜੀ ਨੇ ਆਪਣੇ ਪ੍ਰਵਚਨਾਂ ਦੁਆਰਾ ਪ੍ਰੇਮਾ ਭਗਤੀ ਦੇ ਵਿੱਚ ਜੋੜ ਦਿੱਤਾ ਹੈ। ਥੋੜ੍ਹੇ ਟਾਈਮ ਦੇ ਅੰਦਰ ਅੰਦਰ ਗੁਰੂ ਬਾਬਾ ਜੀ ਜਿਹੜਾ ਹੈ ਇੱਕ ਸੰਸਕ੍ਰਿਤ ਦਾ ਕੇਂਦਰ ਮੰਨਿਆ ਹੋਇਆ ਬਨਾਰਸ ਕਾਸ਼ੀ ਸ਼ਹਿਰ ਦੇ ਵਿੱਚ ਪਹੁੰਚ ਗਏ, ਜਿੱਥੇ ਹੈ ਗੁਰੂ ਕਾ ਬਾਗ ਪਾਵਨ ਸਥਾਨ ਬਣਿਆ ਹੋਇਆ। ਤਕਰੀਬਨ ਬੜੀਆਂ ਸੰਗਤਾਂ ਜਦੋਂ ਵੀ ਕਿਤੇ ਕਾਸ਼ੀ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਸੱਚਖੰਡ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਜਾਣ, ਜਿਹੜਾ ਗੁਰੂ ਕਾ ਬਾਗ ਹੈ, ਭਾਵੇਂ
ਕਾਫੀ ਸ਼ਹਿਰ ਦੇ ਅੰਦਰਲੇ ਪਾਸੇ ਬਣਿਆ ਹੋਇਆ, ਉੱਥੇ ਹੀ ਜਾ ਕੇ ਰਾਤ ਕੱਢਦੇ ਹਨ। ਗੁਰੂ ਕਾ ਬਾਗ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਆਪਣੀ ਬਾਲਕ ਅਵਸਥਾ ਦੇ ਵਿੱਚ ਇਸ ਥਾਂ 'ਤੇ ਮੁਬਾਰਕ ਚਰਨ ਪਾਏ ਸਨ। ਉਸ ਸਮੇਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਮਹਾਨ ਪ੍ਰਸਿੱਧ ਵਿਦਵਾਨ ਉਹ ਵੀ ਚੱਲ ਕੇ ਗੁਰੂ ਬਾਬਾ ਜੀ ਦੇ ਪਾਸ ਹਾਜ਼ਰ ਹੋਏ। ਦੋਵੇਂ ਹੱਥ ਜੋੜ ਕੇ ਨਾ ਸਾਰਿਆਂ ਨੇ ਆਪਣੇ ਵੱਲੋਂ ਬੇਨਤੀ ਕੀਤੀ, ਮਹਾਰਾਜ ਬੜੀ ਵਿਦਿਆ ਪੜ੍ਹਦੇ ਰਹਿੰਦੇ ਆ ਰੋਜ਼ ਦੀ ਰੋਜ਼, ਪਰ ਹੈਰਾਨਗੀ ਦੀ ਗੱਲ ਅਜੇ ਤੱਕ ਸਾਡੇ ਮਨ ਦੇ ਅੰਦਰ ਜਿਹੜਾ ਟਿਕਾ ਹੈ, ਜਿਹੜਾ ਇਕਾਗਰਪਣਾ ਤਾਂ ਨਹੀਂ ਪੈਦਾ ਹੋਇਆ। ਵਿਦਿਆ ਪੜ੍ਹ ਪੜ੍ਹ ਕੇ ਅਸੀਂ ਤਾਂ ਸਾਰੀ ਥੱਕੇ ਪਏ ਆ। ਜੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੈਸ ਕਿਰਤੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ। ਕਤੰਚ ਪਿਤਾ ਕਤੰਚ ਮਾਤਾ, ਇਹ ਤੋਂ ਪਹਿਲਾਂ ਗੁਰੂ ਬਾਬਾ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਵੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕੀਤੇ ਹੋਏ ਹਨ। ਜਦੋਂ ਗੁਰੂ ਬਾਬਾ ਜੀ ਕਾਂਸੀ ਸ਼ਹਿਰ ਦੇ ਵਿੱਚ ਪਹੁੰਚੇ ਨਾ, ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਇੱਥੋਂ ਦਾ ਇੱਕ ਜਿਹੜਾ ਸੀ ਗੋਪਾਲ ਦੱਤ ਨਾਮ ਕਰਕੇ ਬਹੁਤ ਵੱਡਾ ਭਾਰੀ ਮਹਾਨ ਵਿਦਵਾਨ, ਇਹਨੇ ਪਹਿਲਾਂ ਹੀ ਭਵਿੱਖਤ ਪੁਰਾਣ ਵੀ ਪੜ੍ਹਿਆ ਹੋਇਆ। ਪਤਾ ਲੱਗਿਆ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਗਏ ਸਾਡੇ ਬਹੁਤ ਵੱਡੇ ਮਹਾਨ ਨਗਰ ਦੇ ਵਿੱਚ। ਹੋਰਾਂ ਪੰਡਤਾਂ ਨੂੰ ਇਕੱਠਿਆ ਕਰਕੇ ਗੁਰੂ ਬਾਬਾ ਜੀ ਦੇ ਪਾਸ ਹਾਜ਼ਰ ਹੋ ਗਿਆ। ਕਹਿਣ ਲੱਗਿਆ, ਇਹ ਫਕੀਰ ਸਾਈਂ ਸਾਡੇ ਨਾਲ ਚਰਚਾ ਕਰੋ। ਗੁਰੂ ਬਾਬਾ ਜੀ ਕਹਿਣ ਲੱਗੇ, ਭਾਈ ਅਸੀਂ ਤਾਂ ਹੈਗੇ ਪਰਮਾਤਮਾ ਦੇ ਰਹਿਮਤ ਹੈ, ਫਕੀਰ ਸਾਧੂ ਕੋਈ ਜ਼ਿਆਦਾ ਵਿਦਿਆ ਨਹੀਂ ਪੜ੍ਹੀ ਹੋਈ, ਨਾ ਸਾਡਾ ਕੋਈ ਇਹੋ ਜਿਹਾ ਗਿਆ ਕਿਸੇ ਦੇ ਨਾਲ ਸਿੰਘ ਫਸਾਉਣੇ, ਗਿਆਨ ਚਰਚਾ ਕਰਨੀ ਐਵੇਂ ਬਿਨਾਂ ਹੀ ਗੱਲ ਤੋਂ, ਇਹੋ ਜਿਹਾ ਸੁਭਾਅ ਨਹੀਂ ਅਸੀਂ ਧਾਰਨ ਕੀਤਾ ਹੋਇਆ। ਪਰ ਜਦੋਂ ਇਹ ਜ਼ਿਆਦਾ ਹੀ ਖੇੜੇ ਪੈ ਗਏ ਵੀ ਨਹੀਂ, ਅਸੀਂ ਤਾਂ ਜਿਹੜਾ ਸਾਧੂ ਮਹਾਤਮਾ ਇੱਥੇ ਆ ਗਿਆ ਉਹਦੇ ਨਾਲ ਜ਼ਰੂਰ ਗਿਆਨ ਚਰਚਾ ਕਰਦੇ ਆ। ਇਹ ਤੋਂ ਪਹਿਲਾਂ ਬੜੇ ਸਾਧੂ ਵਿਦਵਾਨ ਜੋ ਵੀ ਆ ਗਿਆ, ਸੋ ਗੋਪਾਲ ਦੱਤ ਉਹਨਾਂ ਦੀ ਬੜੀ ਬੇਇੱਜ਼ਤੀ ਕਰਕੇ ਨਾ ਲੋਕਾਂ 'ਚ ਫਿਰ ਸ਼ਹਿਰ ਦੇ ਵਿੱਚੋਂ ਬਾਹਰ ਕੱਢ ਦਿੰਦਾ ਸੀ। ਸਤਿਗੁਰੂ ਜੀ ਕਹਿਣ ਲੱਗੇ, ਚੰਗਾ ਭਾਈ, ਜੇ ਤੁਸੀਂ ਗਿਆਨ ਚਰਚਾ ਕਰਨੋਂ ਨਹੀਂ ਟਲਦੇ। ਮਹਾਰਾਜ ਨੇ ਆਲੇ ਦੁਆਲੇ ਉਸ ਸਮੇਂ ਆਪਣੀ ਦ੍ਰਿਸ਼ਟੀ ਪਾਈ। ਨੇੜੇ ਇੱਕ ਮਰੇ ਹੋਏ ਕੁੱਤੇ ਦਾ ਕਰੰਗ ਪਿਆ ਸੀ। ਭਾਈ ਮਰਦਾਨਾ ਜੀ ਨੇ ਹੁਕਮ ਕੀਤਾ ਵੀ ਇਉਂ ਕਰ, ਸਤਨਾਮ ਵਾਹਿਗੁਰੂ ਦਾ ਕਰਕੇ ਜਾਪ, ਇਹਦੇ ਉੱਪਰ ਤੈਂ ਜਲ ਦਾ ਛਿੱਟਾ ਮਾਰ ਦੇ। ਸਤਿਗੁਰ ਮੇਰਾ ਮਹਾਰਾਜ ਜੀ ਵਾਲਾ ਹੈ, ਸਤਿਗੁਰ ਮੇਰਾ ਸਰਪ੍ਰਤਪਾਲ ਹੈ। ਗੁਰੂ ਬਾਬਾ ਜੀ ਤਾਂ ਆਪ ਹੀ ਉਸ ਨਿਰਾਕਾਰ ਵਾਹਿਗੁਰੂ ਦਾ ਸਰੂਪ ਹਨ। ਕੋਈ ਇਹੋ ਜਿਹੇ ਮਰਿਆ ਹੋਇਆਂ ਨੂੰ ਜਿਉਂਦਿਆਂ ਕਰਨਾ ਸਤਿਗੁਰੂ ਜੀ ਦੇ ਲਈ ਕੋਈ ਬਹੁਤ ਜ਼ਿਆਦਾ ਵੱਡੀ ਵਿਸ਼ੇਸ਼ਤਾ ਹੀ ਗੱਲ ਵਾਲੀ ਗੱਲ ਤਾਂ ਹੈ ਨਹੀਂ। ਭਾਈ ਮਰਦਾਨੇ ਨੇ ਹੁਕਮ ਮੰਨ ਕੇ ਸਤਨਾਮ ਵਾਹਿਗੁਰੂ ਦਾ ਕੀਤਾ ਜਾਪ। ਜਦੋਂ ਜਲ ਦਾ ਛਿੱਟਾ ਮਾਰਿਆ ਨਾ, ਉਸੇ ਵਕਤ ਉਹਦੇ ਵਿੱਚ ਪ੍ਰਾਣ ਪੈ ਗਏ। ਗੁਰੂ ਬਾਬਾ ਜੀ ਦੀ ਦ੍ਰਿਸ਼ਟੀ ਦੁਆਰਾ ਇਹਨੂੰ ਮਨੁੱਖਾ ਬੋਲੀ ਬੋਲਣ ਦੇ ਵਿੱਚ ਇਹ ਸ਼ਕਤੀ ਪ੍ਰਾਪਤ ਹੋ ਗਈ।
ਸਤਿਗੁਰੂ ਜੀ ਕਹਿਣ ਲੱਗੇ ਭਾਈ ਆ ਤੇਰਾ ਭਾਈਚਾਰਾ ਆ ਕਾਫੀ ਇਕੱਠਾ ਹੋ ਕੇ ਇਹਨਾਂ ਦੇ ਨਾਲ ਤਾਂ ਆਪਣੀ ਗਿਆਨ ਚਰਚਾ ਕਰਨੀ ਹੈ। ਜਦੋਂ ਇਹੋ ਜਿਹਾ ਕੌਤਕ ਦੇਖਿਆ ਇਹਨਾਂ ਮਹਾਨ ਵਿਦਵਾਨ ਪੰਡਤਾਂ ਨੇ ਅਸਲੀ ਜਿਹੜੀ ਸੱਚਾਈ ਤਾਂ ਸਮਝ ਲਈ ਮਨ ਦੇ ਵਿੱਚ ਵੀ ਇਹ ਕੋਈ ਆਮ ਸਾਧੂ ਫਕੀਰ ਤਾਂ ਹੈ ਨਹੀਂ, ਤਾਂ ਕੋਈ ਅਵਤਾਰੀ ਪੁਰਸ਼ ਲੱਗਦੇ ਹਨ। ਉਸ ਸਮੇਂ ਦੇਖ ਕੇ ਲੀਲਾ ਸਾਰੇ ਮਨ ਦੇ ਵਿੱਚ ਬੜਾ ਸਹਿਮ ਗਏ ਵੀ ਦੇਖੋ ਬਚਨ ਕਰ ਕੀ ਮਰੇ ਹੋਏ ਕੁੱਤੇ ਦਾ ਜਿਹੜਾ ਕਰੰਗ ਹੈ ਉਹਦੇ ਵਿੱਚ ਪ੍ਰਾਣ ਪਾਤੇ ਇਹਨਾਂ ਨੇ। ਗੁਰੂ ਬਾਬਾ ਜੀ ਨੂੰ ਕਹਿ ਲੱਗੇ ਮਹਾਰਾਜ ਅਸੀਂ ਤਾਂ ਬਹੁਤ ਉੱਚੀ ਜਾਤੀ ਦੇ ਵਿੱਚ ਪੈਦਾ ਹੋਣ ਵਾਲੇ ਬਾਹਮਣ ਆ, ਤੁਸੀਂ ਆ ਸਾਨੂੰ ਇਹਦੇ ਨਾਲ ਹੀ ਰਲਾ ਦਿੱਤਾ ਵੀ ਭਾਈਚਾਰਾ ਕਹਿਤਾ ਨਾ ਵੀ ਤੇਰਾ ਭਾਈਚਾਰਾ ਇਕੱਠਾ ਹੋ ਕੇ ਆ ਗਿਆ ਬਹੁਤ ਸਾਰਾ, ਇਹਨਾਂ ਦੇ ਨਾਲ ਤੈਂ ਗਿਆਨ ਚਰਚਾ ਕਰਨੀ ਹੈ। ਆਪਣਾ ਅਪਮਾਨ ਨਿਰਾਦਰ ਹੁੰਦਾ ਦੇ ਕਰਕੇ ਬੜੇ ਮਨ ਦੇ ਵਿੱਚ ਡਰ ਵੀ ਗਏ ਸਨ। ਉਸ ਸਮੇਂ ਗੋਪਾਲ ਦੱਤ ਦੇ ਨੇ ਜੋ ਵੀ ਪ੍ਰਸ਼ਨ ਕੀਤੇ ਉਹਨਾਂ ਦਾ ਜਿਹੜਾ ਜਵਾਬ ਮਰੇ ਹੋਏ ਕੁੱਤੇ ਨੇ ਜਿਉਂਦਾ ਹੋ ਕੇ ਮਨੁੱਖਾ ਬੋਲੀ ਦੇ ਵਿੱਚ ਸਾਰਿਆਂ ਦਾ ਉੱਤਰ ਦੇ ਦਿੱਤਾ ਹੈ। ਸੁਣ ਕਰਕੇ ਹੈਰਾਨ ਹੋ ਗਏ। ਉਸ ਸਮੇਂ ਪੁੱਛਣ ਲੱਗੇ ਮਹਾਰਾਜ ਇਹਨੂੰ ਤੁਸੀਂ ਸਾਡਾ ਭਾਈਚਾਰਾ ਕਾਹਦੇ ਵਾਸਤੇ ਕਿਹਾ? ਸਤਿਗੁਰੂ ਜੀ ਕਹਿਣ ਲੱਗੇ ਇਹਨੂੰ ਹੀ ਪੁੱਛੋ, ਇਹੀ ਤੁਹਾਨੂੰ ਸਾਰੀ ਗੱਲਬਾਤ ਦੱਸੂ ਵੀ ਭਾਈਚਾਰਾ ਕਿਉਂ ਅਸੀਂ ਆਪਣੇ ਵੱਲ ਹੋ ਜੇ ਪ੍ਰਵਚਨ ਕੀਤੇ ਹਨ। ਉਸ ਸਮੇਂ ਇਹ ਜਿਹੜਾ ਕੁੱਤਾ ਆਮ ਮਨੁੱਖਾ ਬੋਲੀ ਦੇ ਵਿੱਚ ਬੋਲਣ ਦੀ ਤਾਕਤ ਇਹਨੂੰ ਪ੍ਰਾਪਤ ਹੋ ਹੀ ਗਈ ਹੈ। ਕਹਿ ਲੱਗਿਆ ਬੇਟਾ ਗੋਪਾਲ ਦੱਤ ਮੈਂ ਤੇਰਾ ਭਾਈਚਾਰਾ ਨਹੀਂ, ਮੈਂ ਤਾਂ ਸਗੋਂ ਤੇਰਾ ਸਕਾ ਦਾਦਾ ਲੱਗਦਾ। ਵਿਸ਼ਨ ਦੱਤ ਸੁਣ ਕਰਕੇ ਵਿਚਾਰੇ ਦੀ ਸੁੱਧ ਬੁੱਧ ਭੁੱਲ ਗਈ। ਕਹਿੰਦਾ ਹੈ ਤੁਸੀਂ ਇਤਨੇ ਵੱਡੇ ਹਿੰਦੁਸਤਾਨ ਦੇ ਪ੍ਰਸਿੱਧ ਵਿਦਵਾਨ ਆ, ਕੁੱਤੇ ਦੀ ਜੋਨੀ ਤੁਹਾਨੂੰ ਕਿਵੇਂ ਪ੍ਰਾਪਤ ਹੋ ਗਈ? ਸਾਰਿਆਂ ਦੇ ਉਸ ਸਮੇਂ ਮੂੰਹ ਬੰਦ ਹੋ ਗਏ, ਨਾ ਕੋਈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਬਚਨ ਵਿਲਾਸ ਕਰ ਸਕਿਆ। ਜੁੜ ਗਏ, ਇਉਂ ਲੱਗਦਾ ਸੀ ਵੀ ਜਿਵੇਂ ਇਹ ਪੱਥਰ ਦੀਆਂ ਮੂਰਤੀਆਂ ਬਣ ਗਈਆਂ। ਪਹਿਲਾਂ ਤਾਂ ਆਏ ਸੀ ਬੜੇ ਹੰਕਾਰ ਦੇ ਪਰੇ ਪਰਾਏ ਸਾਰੀ ਮੈਂ ਮਹਾਨ ਵਿਦਵਾਨ ਪੰਡਤ। ਉਸ ਸਮੇਂ ਵਿਸ਼ਨ ਦੱਤ ਕਹਿ ਲੱਗਿਆ ਪੁੱਤਰ ਜਿਵੇਂ ਤੂੰ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਗਿਆਨ ਚਰਚਾ ਕਰਨ ਵਾਸਤੇ ਆਇਆ ਆ ਨਾਲ ਹੋਰਾਂ ਨੂੰ ਇਕੱਠਿਆਂ ਕਰਕੇ, ਤੇ ਮੈਂ ਵੀ ਕੁਝ ਸਮਾਂ ਪਹਿਲਾਂ ਦਿਗਵਿਜੈ ਵਿਦਵਾਨ ਬਣਿਆ ਹੋਇਆ ਸੀ। ਜਿਹੜੀ ਆਦਤ ਤੈਨੂੰ ਪੈ ਗਈ ਮੇਰਾ ਵੀ ਇਸੇ ਤਰ੍ਹਾਂ ਵਿਦਿਆ ਦੇ ਹੰਕਾਰ ਦੇ ਵਿੱਚ ਆ ਕੇ ਹੋ ਜਿਹਾ ਸੁਭਾਅ ਪੱਕ ਚੁੱਕਿਆ ਸੀ। ਇੱਕ ਦਫਾ ਇਹੋ ਜਿਹੇ ਕੋਈ ਨਾਮ ਰਸੀਏ ਬ੍ਰਹਮ ਬੇਤੇ ਮਹਾਂਪੁਰਖ ਆ ਗਏ ਕਾਸ਼ੀ ਸ਼ਹਿਰ 'ਚ, ਉਹਨਾਂ ਦੇ ਨਾਲ ਜਾ ਕਰਕੇ ਮੈਂ ਫਿਰ ਗਿਆਨ ਚਰਚਾ ਕਰਨ ਵਾਸਤੇ ਜਦੋਂ ਬਾਰ-ਬਾਰ ਉਹਨਾਂ ਨੂੰ ਤੰਗ ਕੀਤਾ, ਉਹ ਸੀ ਬੜੇ ਤਰਕਾਲਦਰਸ਼ੀ ਕਮਾਈ ਵਾਲੇ ਧੀਰਜ ਧਾਰੀ ਮਹਾਂਪੁਰਖ। ਕਹਿਣ ਲੱਗੇ ਵੀ ਦੇਖ ਮੈਂ ਪੜ੍ਹਿਆ ਤਾਂ ਕੋਈ ਹੈ ਨਹੀਂ, ਗਿਆਨ ਚਰਚਾ ਕਾਹਦੇ ਵਾਸਤੇ ਕਰਨੀ ਹੈ? ਉਸ ਸਮੇਂ ਕਹਿਣ ਲੱਗਿਆ ਭਗਵੇਂ ਕੱਪੜੇ ਕਾਹਨੂੰ ਪਾਏ ਨੇ ਫਿਰ ਸਾਧ ਕਾਹਦੇ ਵਾਸਤੇ ਬਣਿਆ? ਜੇ ਤੂੰ ਵਿਦਿਆ ਨਹੀਂ ਪੜ੍ਹੀ ਆ ਫਿਰ ਆ ਗੇਰੂ ਰੱਖ ਕੱਪੜਿਆਂ ਨੂੰ ਪਾ ਕੇ ਕਾਹਨੂੰ ਐਵੇਂ ਲਾਜ ਲਾਉਣ ਲੱਗਿਆ? ਜਾਂ ਨਿਕਲ ਜਾ ਸਾਡੇ ਸ਼ਹਿਰ 'ਚੋਂ। ਇਹ
ਵਿਦਵਾਨਾਂ ਦੀ ਨਗਰੀ ਹੈ। ਤੇਰੇ ਵਰਗੇ ਅਨਪੜ੍ਹਾਂ ਨੂੰ ਉੱਥੇ ਕੋਈ ਥਾਂ ਨਹੀਂ। ਇਹ ਬੇਨਤੀ ਪਹਿਲਾਂ ਗੁਰੂ ਬਾਬਾ ਜੀ ਦੇ ਵਿਗਿਆਨਾਂ ਨੇ ਕੀਤੀ ਸੀ। ਜਦੋਂ ਨਾ ਹੀ ਹਟੇ ਵਾਰ-ਵਾਰ, ਹੁਣ ਵਿੱਦਿਆ ਦਾ ਮਨ ਦੇ ਵਿੱਚ ਇਹਨਾਂ ਦੇ ਬੜਾ ਮਾਣ ਹੰਕਾਰ ਭਰਿਆ ਹੋਇਆ ਸੀ। ਕਾਹਨੂੰ ਟਲਦੇ ਨੇ? ਜਦੋਂ ਨਾ ਹੀ ਹਟੇ ਮਹਾਂਪੁਰਖਾਂ ਨੂੰ ਤੰਗ ਕਰਨ ਤੋਂ, ਸੋਤੇ ਸਿਰ ਕਹਿਣ ਲੱਗੇ ਕਾਹਨੂੰ ਐਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ? ਜੇ ਤੈਨੂੰ ਭੌਂਕਣ ਦਾ ਜ਼ਿਆਦਾ ਸ਼ੌਂਕ ਹੈ, ਜਾ ਅਗਲਾ ਜਨਮ ਤੇਰਾ ਕੁੱਤੇ ਦਾ ਉਹ ਭੌਂਕੀ ਜਾਈ। ਜਿੰਨਾ ਮਰਜੀ, ਕਿਸੇ ਨੇ ਤੈਨੂੰ ਰੋਕਣਾ ਨਹੀਂ। ਜਿਵੇਂ ਕੁੱਕਰ ਦਾ ਸੁਭਾਅ ਹੀ ਹੁੰਦਾ ਨਾ, ਬੇਵਜ੍ਹਾ ਉਹਨੇ ਬਸ ਮਾਲਕ ਦੇ ਦਰਵਾਜ਼ੇ ਦੇ ਅੱਗੇ ਬੈਠ ਕਰਕੇ ਭੌਂਕੀ ਜਾਣਾ। ਉਹ ਮਹਾਤਮਾ ਨੇ ਬਚਨ ਕਰਤਾ ਆਪਣੀ ਰਸਨਾ ਤੋਂ ਵੀ ਕਾਹਨੂੰ ਐਵੇਂ ਕੁੱਤੇ ਵਾਂਗੂ ਮਗਜ ਖਪਾਈ ਕੀਤੀ ਹੈ। ਜੇ ਜ਼ਿਆਦਾ ਤੈਨੂੰ ਸ਼ੌਂਕ ਹੈ ਭੌਂਕਣ ਦਾ, ਜਾ ਅਗਲਾ ਜਨਮ ਫਿਰ ਤੈਨੂੰ ਕੁੱਤੇ ਹੀ ਦੀ ਮਿਲੂ। ਉਸ ਸਮੇਂ ਸੁਣ ਕੇ ਬੜੇ ਹੈਰਾਨ ਹੋ ਗਏ। ਜਦੋਂ ਇਹਨਾਂ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ, ਉਸ ਮਰੇ ਹੋਏ ਕੁੱਤੇ ਦੇ ਵਿੱਚ ਮਹਾਰਾਜ ਨੇ ਪ੍ਰਾਣ ਪਾ ਦਿੱਤੇ ਸਨ। ਦੇ ਦਿਆਂ ਇਹਨਾਂ ਦੇ ਉਸ ਸਮੇਂ ਗੋਪਾਲ ਦੱਤ ਦਾ ਜਿਹੜਾ ਦਾਦਾ ਸੀ, ਉਹਦਾ ਰੂਪ ਧਾਰਨ ਕਰ ਲਿਆ ਵਿਸ਼ਨ ਦੱਤ ਨੇ। ਉਸ ਸਮੇਂ ਕਹਿਣ ਲੱਗਿਆ ਵੀ ਦੇਖੋ, ਮੈਨੂੰ ਇੱਕ ਗੱਲ ਦੀ ਮਨ ਦੇ ਵਿੱਚ ਬੜੀ ਚਿੰਤਾ ਪੈਦਾ ਹੋ ਗਈ ਵੀ ਚਲੋ ਮੈਂ ਮਹਾਂਪੁਰਖਾਂ ਦੇ ਨੇ ਸਿੰਘ ਫਸਾਏ, ਕੁੱਤੇ ਦੀ ਜੂਨੀ ਦੇ ਵਿੱਚ ਪੈ ਗਿਆ। ਮੈਨੂੰ ਤਾਂ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਜੂਨੀ ਤੋਂ ਛੁਟਕਾਰਾ ਕਰਾ ਦੇਣਾ, ਪਰ ਕੋਈ ਪਤਾ ਨਹੀਂ ਕਿਤੇ ਤੁਸੀਂ ਨਾ ਸਾਰੇ ਕੁੱਤੇ ਬਣ ਜਾਇਓ। ਤੁਹਾਡੀ ਆ ਕਰਕੇ ਕਲਿਆਣ ਕੌਣ ਕਰੇਗਾ? ਉਸੇ ਵਕਤ ਇਹਨਾਂ ਦੇ ਦੇਦਿਆਂ ਜਿਹੜਾ ਸੀ ਵਿਸ਼ਨ ਦੱਤ, ਇਹਦਾ ਦਾਦਾ ਬੈਕੁੰਠਾਂ ਨੂੰ ਚਲਿਆ ਗਿਆ। ਫਿਰ ਉਸ ਸਮੇਂ ਗੋਪਾਲ ਦੱਤ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਪਕੜੇ, ਬਾਰ ਮੁਆਫੀਆਂ ਮੰਗੀਆਂ। ਇਹਨਾਂ ਦੀ ਹਾਲਤ ਨੂੰ ਦੇਖ ਕਰਕੇ ਮਹਾਰਾਜ ਨੇ ਇਹ 4 ਸ਼ਲੋਕ ਵੀ ਆਪਣੀ ਰਸਨਾ ਤੋਂ ਉਚਾਰਨ ਕੀਤਾ। ਪੜ ਪੁਸਤਕ ਸੰਧਿਆ ਬਾਦੰ ਸਲ ਪੂਜਸ ਬਗਲ ਸਮਾਦੰ। ਇਹ ਸਾਰੇ ਜਿਹੜੇ ਮਹਾਨ ਵਿਦਵਾਨ ਪੰਡਤ ਗੁਰੂ ਬਾਬਾ ਜੀ ਦੇ ਪਾਸ ਆ ਕਰਕੇ ਆਪਣੇ ਜਿਹੜੇ ਮਨ ਦੇ ਪ੍ਰਸ਼ਨ ਉਹਨਾਂ ਦਾ ਉੱਤਰ ਲੈਣ ਦੇ ਲਈ ਬੇਨਤੀਆਂ ਕੀਤੀਆਂ ਸਨ। ਸਤਿਗੁਰੂ ਜੀ ਕਹਿਣ ਲੱਗੇ ਵੀ ਚਲੋ ਵਿੱਦਿਆ ਪੜ੍ਹਦਿਆਂ ਉਮਰ ਤਾਂ ਤੁਸੀਂ ਸਾਰੀ ਲੰਘਾ ਲਈ। ਮਨ ਦੇ ਵਿੱਚ ਸ਼ਾਂਤੀ ਨਾ ਚੈਨ ਪੈਦਾ ਹੋਣ ਦਾ ਕਾਰਨ ਸਾਰਿਆਂ ਨਾਲੋਂ ਵੱਡਾ ਇਹ ਹੈ ਵੀ ਜਿਵੇਂ ਇੱਕ ਤਾਂ ਹੁੰਦੇ ਨੇ ਗੱਤਕਾ ਖੇਲਣ ਵਾਲੇ, ਬਹੁਤ ਸਾਰੇ ਇਹੋ ਜਿਹੇ ਹੁਣ ਵੀ ਗੁਰੂ ਕੇ ਪਿਆਰੇ ਗੱਤਕਾ ਖੇਲਦਿਆਂ ਸੰਗਤਾਂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਦੇ ਹਨ। ਉਹਨਾਂ ਦੀ ਆਪਣੀ ਗੱਤਕਾ ਪਾਰਟੀ ਵੀ ਬਣੀ ਹੁੰਦੀ ਹੈ, ਪਰ ਉਹ ਗੱਤਕਾ ਉਹ ਜੇ ਢੰਗ ਦੇ ਨਾਲ ਖੇਡਦੇ ਨੇ ਨਾ, ਆਪਾਂ ਜਾਣਦੇ ਹਾਂ, ਨਾ ਕਿਸੇ ਦੀ ਬਾਂਹ ਨਾ ਕਿਸੇ ਦੀ ਲੱਤ ਨਹੀਂ ਕੱਟੀ ਜਾਂਦੀ। ਜਿਹੜਾ ਸਾਤਰ ਜ਼ਰੂਰ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਪਕੜੇ ਹੁੰਦੇ ਨੇ। ਨਾ ਦੇਖੋ ਸਰੀਰ ਦੇ ਵਿੱਚ ਉੱਪਰ ਕੋਈ ਜ਼ਖਮ ਵੀ ਨਹੀਂ ਹੁੰਦਾ, ਪਰ ਜਿਹੜੇ ਹੁਣ ਕਿਤੇ ਯੋਧੇ ਸੂਰਮੇ ਬਹਾਦਰ ਮੈਦਾਨੇ ਜੰਗ 'ਚ ਹਥਿਆਰ ਉਹਨਾਂ ਦੇ ਹੱਥ ਦੇ ਵਿੱਚ ਹੀ ਹੁੰਦੇ ਨੇ। ਬਸ ਜਿਹੜਾ ਸਾਹਮਣੇ ਆ ਗਿਆ ਉਹਦੀ ਪਤਾ ਲੱਗਦਾ ਵੀ ਇਹਦੀ ਤੌਣ ਧੜਦੇ ਨਾਲੋਂ ਲਹਿਦਾ ਕਰ ਦਿੱਤੀ ਹੈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ
ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਜੋ ਸੂਰ ਸੰਤ ਇਸ ਰੀਤੀ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ, ਐ ਵਿਦਵਾਨੋ, ਇੱਕ ਸਾਧੂ ਮਹਾਤਮਾ ਰੂਪੀ ਨਾ ਜੋਦੇ ਸੂਰਮੇ ਐਸੇ ਹੋਇਆ ਕਰਦੇ ਹਨ। ਪੜ੍ਹੈ ਸੁਣੈ ਸਤ ਸੰਗ ਸਭ ਪ੍ਰੀਤੀ। ਜਿਹੜੇ ਸੰਗਤ ਦੇ ਵਿੱਚ ਆ ਕੇ ਪਰਮਾਰਥਕ ਦੀਆਂ ਵਿਚਾਰਾਂ ਨੂੰ ਇਹੋ ਜਿਹੇ ਢੰਗ ਤਰੀਕੇ ਦੁਆਰਾ ਪੜ੍ਹਦੇ ਵੀ ਔਰ ਸੁਣਦੇ ਵੀ ਬੜੀ ਪ੍ਰੀਤੀ ਦੇ ਨਾਲ ਨੇ। ਜਨ ਹੈ ਵੱਡ ਅਗਿਆਨ ਅਰਾਤੀ। ਉਹ ਫਿਰ ਜਦੋਂ ਪ੍ਰੀਤੀ ਦੇ ਸਹਿਤ ਜਿਨ੍ਹਾਂ ਨੇ ਪੜ੍ਹ ਲਿਆ ਤੇ ਸੁਣ ਲਿਆ, ਉਹ ਆਪਣੇ ਅਗਿਆਨ ਰੂਪੀ ਬਹੁਤ ਵੱਡੇ ਬੈਰੀ ਦੁਸ਼ਮਣ ਨੂੰ ਵੀ ਸਮਝ ਆਉਂਦੇ ਵੀ ਕੌਣ ਸਾਡਾ ਸਾਰਿਆਂ ਨਾਲੋਂ ਵੱਡਾ ਬੈਰੀ ਦੁਸ਼ਮਣ ਹੈ। ਤਿਹ ਕੋ ਹਨਨ ਕਰਹਿ ਭਲ ਭਾਂਤੀ। ਫਿਰ ਉਸ ਅਗਿਆਨ ਰੂਪੀ ਬੈਰੀ ਨੂੰ ਸੁਤੇ ਸਿੱਧੀ ਉਹਨਾਂ ਨੇ ਨਾਸ ਕਰ ਦੇਣਾ। ਕਾਮ ਕ੍ਰੋਧ ਲੋਭ ਅਹੰਕਾਰ। ਜਿਹੜੇ ਇਸ ਪ੍ਰਾਣੀ ਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਵੱਡੇ ਵੱਡੇ ਔਗਣ ਭਰੇ ਹੋਏ ਨੇ ਮਨ ਦੇ ਅੰਦਰ, ਇਹ ਤਿਹ ਅੰਗ ਸੋ ਕਰਹਿ ਪ੍ਰਹਾਰਾ। ਸਮਝ ਲਓ ਵੀ ਇਹ ਅਗਿਆਨ ਰੂਪੀ ਬੈਰੀ ਦੁਸ਼ਮਣ ਦੇ ਨਾਲ ਸਾਰੇ ਉਹਨਾਂ ਨੇ ਅੰਗ ਕੱਟ ਕੇ ਰੱਖ ਦਿੱਤੇ ਹਨ। ਸਤਿਗੁਰ ਸ਼ਬਦ ਸ਼ਾਸਤਰ ਜਿਨ ਕੀਰੀ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਰੂਪੀ ਸ਼ਾਸਤਰ ਆਪਣੇ ਮਨ ਰੂਪੀ ਹੱਥ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਕਰਹਿ ਪ੍ਰਹਾਰ ਨਾ ਲਾਵਹਿ ਦੇਰੀ। ਉਹ ਫਿਰ ਆ ਜਿਹੜੇ ਨੇ ਅਗਿਆਨ ਰੂਪੀ ਬੈਰੀ ਦੇ ਅੰਗ ਕਿਹੜੇ ਨੇ, ਕਾਮ ਕ੍ਰੋਧ ਲੋਭ ਰੂਪੀ ਵੱਡੇ ਵੱਡੇ ਦੋਸ਼ਾਂ ਨੂੰ ਨਾਸ ਕਰਨੇ ਕੋਈ ਵੀ ਦੇਰੀ ਨਹੀਂ ਲਗਾਉਂਦੇ ਹਨ। ਨਿਤ ਪ੍ਰਤ ਛੇਦ ਹੈ ਸਨਮੁਖ ਹੋਈ। ਅਗਿਆਨ ਰੂਪੀ ਬੈਰੀ ਦੁਸ਼ਮਣ ਦਾ ਬਿਲਕੁਲ ਹੋ ਕਰਕੇ ਸਾਹਮਣੇ ਵੀ ਇਹਨਾਂ ਦਾ ਮਨ ਦੇ ਵਿੱਚੋਂ ਸਦਾ ਦੇ ਲਈ ਨਾਸ ਕਰਦੇ ਰਹਿੰਦੇ ਨੇ। ਜਿਨ੍ਹਾਂ ਨੇ ਆਪਣੇ ਗੁਰੂ ਦਾ ਸ਼ਬਦ ਰੂਪੀ ਹਥਿਆਰ ਆਪਣੇ ਹੱਥ ਦੇ ਵਿੱਚ ਪਕੜ ਲਿਆ ਹੈ। ਸੂਰਨ ਕੀ ਵਿਦਿਆ ਹੈ ਸੋਈ। ਸਤਿਗੁਰੂ ਜੀ ਕਹਿਣ ਲੱਗੇ, ਇਹ ਹੈ ਜੋਧ ਸੂਰਮਿਆਂ ਦੀ ਜਿਹੜੀ ਸਿੱਖੀ ਹੋਈ ਵਿਦਿਆ, ਜਿਹੜਾ ਸਾਹਮਣੇ ਆ ਗਿਆ ਇੱਕ ਵਾਰੀ ਮੈਦਾਨੇ ਜੰਗ 'ਚ, ਨਾਲ ਦੀ ਨਾਲ ਫਿਰ ਉਹਨਾਂ ਨੇ ਆ ਅੰਗ ਪੈਰ ਲਾ ਕੇ ਧਰਤੀ ਦੇ ਸੁੱਟ ਦੇਣੇ ਹਨ। ਪੁੰਨ ਇੱਕ ਔਰ ਸੁਨੋ ਦ੍ਰਿਸ਼ਟਾਂਤ। ਗੁਰੂ ਬਾਬਾ ਜੀ ਇਹਨਾਂ ਨੂੰ ਸਮਝਾਉਣ ਦੇ ਲਈ ਇੱਕ ਹੋਰ ਦ੍ਰਿਸ਼ਟਾਂਤ ਪ੍ਰਮਾਣ ਆਪਣੇ ਵੱਲੋਂ ਦੱਸਿਆ। ਜਿਸ ਪ੍ਰਕਾਰ ਤੁਮ ਹੋਏ ਨਾ ਸ਼ਾਂਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਇਸੇ ਕਰਕੇ ਤੁਹਾਡੇ ਮਨ ਦੇ ਵਿੱਚ ਕੋਈ ਚੈਨ ਸ਼ਾਂਤੀ ਨਹੀਂ ਨਾ ਪੈਦਾ ਹੋਈ ਅਜੇ ਤੱਕ। ਸ਼ਾਸਤਰ ਜਿਤੀ ਸੋ ਸ਼ਾਸਤਰ ਸਮਾਨਾ। ਆ ਵੀ ਜਿਹੜੇ ਵੀ ਧਾਰਮਿਕ ਗ੍ਰੰਥ ਸ਼ਾਸਤਰ ਇਹ ਵੀ ਸਮਝ ਲਓ ਫੌਲਾਦੀ ਲੋਹੇ ਦੇ ਸ਼ਾਸਤਰਾਂ ਦੇ ਸਮਾਨ ਹਨ। ਮਨ ਰੂਪੀ ਵੱਡ ਕੇ ਹਰ ਜਾਨਾ। ਆ ਮਨ ਰੂਪੀ ਜਿਹੜਾ ਬਹੁਤ ਵੱਡਾ ਕਿਹੜੀ ਸ਼ਹਿਰ ਹੈ। ਜੇ ਮਾਰ ਹੈ ਤਿਨ ਨਿਕਸਹ ਨਾਮੋ। ਵੀ ਜਿਨ੍ਹਾਂ ਨੇ ਮਨ ਰੂਪੀ ਕਿਹੜੀ ਸ਼ਹਿਰ ਨੂੰ ਮਾਰ ਲਿਆ, ਤਿੰਨ ਮੁਖ ਟਿੱਕਾ ਨਿਕਲ ਹੈ। ਜਿਨ ਮਨ ਸੱਚਾ ਨਾਮ, ਵੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਤਿੰਨ ਮੁਖ ਟਿੱਕੇ ਨਿਕਲੇ। ਜਿਨ ਮਨ ਸੱਚਾ ਨਾਮ, ਵੀ ਉਹਨਾਂ ਦੇ ਮਸਤਕ ਦੇ ਉੱਪਰ ਆ ਜਿਹੜੇ ਜਸ ਰੂਪੀ ਟਿੱਕੇ ਆਪਣੇ ਆਪ ਹੀ ਨਿਕਲ ਪੈਂਦੇ ਹਨ। ਵੱਡੋ ਸ਼ਸਤਰ ਧਾਰੀ ਅਬਰਾਮੋ। ਉਹ ਨੇ ਦਰਅਸਲ ਸਾਰਿਆਂ ਨਾਲੋਂ ਵੱਡੇ ਯੋਧੇ ਸੂਰਮੇ, ਸ਼ਾਸਤਰਾਂ ਨੂੰ ਧਾਰਨ ਕਰਨ ਵਾਲੇ। ਕਵੀਆਂ ਜੀਤੇ ਸ਼ਾਸਤਰ ਬਣਾਈ। ਕਵੀਆਂ ਤੋਂ ਬਾਅਦ ਜਿਹੜੇ ਨੇ ਅਨੁਭਵੀ ਇਹੋ ਜਿਹੇ ਰਿਸ਼ੀ ਮੁਨੀ ਸ਼ੰਕਰਾਚਾਰੀਆ ਵਰਗੇ ਜੋ ਵੀ ਉਹਨਾਂ ਨੇ ਆ ਵੇਦ
ਔਰ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ ਹੈ। ਘੜਹਿ ਲੋਹਾਰ ਸਮਾਨ ਸਦਾਈ। ਉਹ ਫਿਰ ਜਿਵੇਂ ਲਾਰਾਂ ਦਾ ਕੰਮ ਕੀ ਹੁੰਦਾ ਹੈ, ਉਹ ਫੌਲਾਦੀ ਲੋਹਾ ਲੈ ਕਰਕੇ ਸ਼ਾਸਤਰ ਤਿਆਰ ਕਰਦੇ ਨੇ ਨਾ, ਜੋਧੇ ਸੂਰਮਿਆਂ ਦੇ ਚਲਾਉਣ ਦੇ ਲਈ। ਜੇ ਪੰਡਤ ਤਿਨ ਟੀਕਾ ਕਰ। ਪਰ ਜਿਹੜੇ ਪੰਡਤ ਹੈਗੇ ਅੱਗੇ, ਉਹਨਾਂ ਧਾਰਮਿਕ ਗ੍ਰੰਥਾਂ ਦਾ ਜੋ ਵੀ ਟੀਕਾ ਕਰਨ ਵਾਲਿਆਂ ਨੇ ਵੀ ਜਿਹੜੇ ਇਹੋ ਜਿਹੇ ਵੈਦ ਕਹਿ ਲਓ, ਸੁਰਤੀਆਂ, ਜੋ ਵੀ ਰਿਸ਼ੀਆਂ ਮੁਨੀਆਂ ਜਾਂ ਅਨੁਭਵੀ ਸ਼ੰਕਰਾਚਾਰੀਆ ਵਰਗਿਆਂ ਨੇ ਉਚਾਰਨ ਕੀਤੀਆਂ, ਉਹ ਅਨੁਭਵੀ ਸੀ। ਔਰ ਉਹਨਾਂ ਨੇ ਬਹੁਤ ਸਾਰੇ ਗ੍ਰੰਥ ਵੀ ਲਿਖੇ ਹਨ। ਜੇ ਪੰਡਤ ਤਿਨ ਟੀਕਾ ਕਰ। ਵੀ ਜਿਹੜੇ ਪੰਡਤ ਅੱਗੇ ਉਹਨਾਂ ਬੜੇ ਬੜੇ ਧਾਰਮਿਕ ਗ੍ਰੰਥਾਂ ਦਾ ਟੀਕਾ ਕਰਨ ਵਾਲੇ ਹੋਇਆ ਕਰਦੇ ਨੇ, ਉਹ ਇਸ ਤਰ੍ਹਾਂ ਸਮਝਣਾ ਕਰੋ। ਸਿਕਲੀ ਗਰ ਸੇ ਲਿਹੋ ਵਿਚਾਰਾ। ਉਹ ਹੁੰਦੇ ਨੇ ਸਿਕਲੀਗਰਾਂ ਦੇ ਸਮਾਨ। ਸਿਕਲੀਗਰਾਂ ਦਾ ਕੰਮ ਕੀ ਹੁੰਦਾ ਹੈ? ਅਗਰ ਕਿਤੇ ਫੌਲਾਦੀ ਲੋਹੇ ਦੇ ਸ਼ਾਸਤਰਾਂ ਨੂੰ ਜਰ ਵਗੈਰਾ ਲੱਗ ਗਈ, ਉਹਨੂੰ ਫਿਰ ਮਾਂਜ ਕਰਕੇ ਉਹ ਐਨ ਬਿਲਕੁਲ ਬਿਜਲੀ ਦੇ ਸਮਾਨ ਚਮਕਾ ਦਿੰਦੇ ਹਨ। ਜਿਨ ਪੜ ਸੁਨਾ ਕੀਏ ਮਨ ਕਾ ਮਾਰਨ। ਅਗਰ ਸ਼ਾਸਤਰਾਂ ਨੂੰ ਲੱਗ ਗਿਆ ਜੰਗਾਲ, ਜੇ ਜੰਗਾਲ ਨਾ ਲਾਉਣ, ਉਹ ਫਿਰ ਬੜੇ ਕਮਜ਼ੋਰ ਹੋ ਜਾਂਦੇ ਹਨ। ਜਿਹੜੇ ਸਿਕਲੀਗਰ ਉਸ ਜੰਗਾਲ ਨੂੰ ਐਨ ਮਾਂਜ ਕਰਕੇ ਉਹਨਾਂ ਨੇ ਸਾਰਾ ਹੀ ਥੱਲੇ ਲਾ ਦੇਣਾ। ਜਿਨ ਪੜ ਸੁਨ ਕੀਏ ਮਨ ਕਾ ਮਾਰਨ। ਪਰ ਜਿਨ੍ਹਾਂ ਨੇ ਪੜ ਸੁਣ ਕਰਕੇ ਸ਼ਾਸਤਰਾਂ ਨੂੰ ਆਪਣੇ ਮਨ ਨੂੰ ਮਾਰ ਲਿਆ, ਸੇ ਜੋਧਾ ਹਨਤੀ ਹਥਿਆਰਨ। ਉਹ ਜਿਹੜੇ ਇਹੋ ਜਿਹੇ ਯੋਧੇ ਸੂਰਮੇ ਜਿਨ੍ਹਾਂ ਨੇ ਆਪਣੇ ਕੋਲ ਗੁਰੂ ਦਾ ਉਪਦੇਸ਼ ਜਾਂ ਫਿਰ ਸਤਿਗੁਰਾਂ ਦਾ ਸ਼ਬਦ ਰੂਪੀ ਜਿਨ੍ਹਾਂ ਨੇ ਸ਼ਾਸਤਰ ਧਾਰਨ ਕੀਤੇ ਹੋਏ ਹਨ, ਪੜ੍ਹਿਆ ਜੀਵ ਕਾ ਕਾਰਨ ਜੋ। ਪਰ ਜਿਹੜੇ ਹੁਣ ਇੱਕ ਸਿਕਲੀਗਰਾਂ ਦੇ ਸਮਾਨ ਆਪਣੀ ਰੋਜ਼ੀ ਜਾਂ ਫਿਰ ਕੇਵਲ ਤੇ ਕੇਵਲ ਜਿਨ੍ਹਾਂ ਦਾ ਨਿਸ਼ਾਨਾ ਆਪਣੇ ਇੱਕ ਜਿਹੜਾ ਹੈ ਉਹ ਵਜੀਵਕਤ ਚਲਾਉਣ ਤੱਕ ਹੀ ਸੀਮਤ ਰਹਿੰਦੇ ਹਨ। ਵੇਚਨ ਹਾਰ ਸ਼ਸਤਰ ਸਮ ਸੋ। ਉਹ ਕੈਸੇ ਨੇ ਵੀ ਜਿਵੇਂ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੇ ਪਾਸ ਸ਼ਾਸਤਰ ਵੀ ਰੱਖੇ ਹੁੰਦੇ ਨੇ, ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਰੁਜ਼ਗਾਰ ਚਲਾ ਲੈਣਾ। ਸ਼ੇਰ ਰੂਪ ਮਨ ਜਿਸਨੇ ਮਾਰਾ। ਪਰ ਜਿਨ੍ਹਾਂ ਸਤਿਪੁਰਸ਼ਾਂ ਰੱਬ ਦੇ ਪਿਆਰਿਆਂ ਨੇ ਆ ਮਨ ਰੂਪੀ ਸ਼ੇਰ ਨੂੰ, ਗੁਰੂ ਦੇ ਉਪਦੇਸ਼ ਰੂਪੀ ਸ਼ਾਸਤਰ ਨੂੰ ਲੈ ਕਰਕੇ ਦਾ ਨਾਸ ਕਰ ਦਿੱਤਾ ਹੈ। ਬਿਤਰੈ ਨਾਮ ਤਾਹੇ ਦਿਸ਼ਚਾਰਾ। ਵੀ ਉਹਨਾਂ ਦੇ ਨਾਮ ਦੀ ਮਸ਼ਹੂਰੀ ਤਾਂ ਦੋਵੇਂ ਲੋਕਾਂ 'ਚ ਸਦਾਵਾਦ ਹੋ ਜਾਂਦੀ ਹੈ। ਸ਼ਸਤਰ ਧਾਰ ਕਹਿ ਬਾਬਤ ਸੋ। ਸਤਿਗੁਰੂ ਜੀ ਕਹਿਣ ਲੱਗੇ ਉਹ ਫਿਰ ਬਹਾਦਰ ਯੋਧੇ ਸ਼ਾਸਤਰ ਧਾਰੀ ਆਪਣੇ ਆਪ ਨੂੰ ਕਹਾ ਸਕਦੇ ਜਿਨ੍ਹਾਂ ਨੇ ਮਨ ਰੂਪੀ ਸ਼ੇਰ ਨੂੰ ਮਾਰ ਲਿਆ। ਕੋਰੇ ਨਾਮ ਅਪਰ ਸਭ ਕੋ। ਹੋਰ ਵਿਦਵਾਨਾਂ ਪੰਡਤਾਂ ਨੇ ਐਵੇਂ ਇੱਕ ਦਿਖਾਵੇ ਮਾਤਰ ਝੂਠੇ ਨਾਮ ਹੀ ਧਰਾਉਣੇ ਕੀਤੇ ਹਨ। ਇਸ ਪ੍ਰਕਾਰ ਸੁਨ ਕਰ ਬਚ ਰਾਸੀ। ਜਦੋਂ ਹੋ ਜਾਏ ਗੁਰੂ ਬਾਬਾ ਜੀ ਨੇ ਗਿਆਨ ਦੇ ਨਾਲ ਪ੍ਰਵਚਨ ਉਹਨਾਂ ਮਾਨ ਵਿਦਵਾਨ ਪੰਡਤਾਂ ਦੇ ਨਾਲ ਕੀਤੇ। ਬੋਲੇ ਬਹੁਰ ਕੁਸ਼ਲ ਜੀ ਕਾਂਸੀ। ਜੇ ਫਿਰ ਉਹਨਾਂ ਨੇ ਦੇ ਲਿਆ ਵੀ ਇਹਨਾਂ ਦੇ ਅੱਗੇ ਸਾਡਾ ਕੋਈ ਚਾਰਾ ਨਹੀਂ ਚੱਲੇਗਾ, ਤੇ ਜਿਹੜੇ ਬਨਾਰਸ ਸ਼ਹਿਰ ਦੇ ਵਿੱਚ ਵਸਣ ਵਾਲੇ ਮਹਾਨ ਵਿਦਵਾਨ ਪੰਡਤ ਸਨ, ਇਹ ਸ਼ਿਵਪੁਰ ਮਹਿ ਜੋ ਮ੍ਰਿਤ ਪਾਵਤ। ਉਹਨਾਂ ਨੇ ਇੱਕ ਹੋਰ ਜਿਹੜਾ ਸਵਾਲ ਗੁਰੂ ਬਾਬਾ ਜੀ ਦੇ ਪਾਸ ਰੱਖਿਆ ਵੀ ਇਹ ਜਿਹੜੀ ਕਾਂਸ਼ੀ ਨੂੰ ਸ਼ਿਵ ਜੀ ਭਗਵਾਨ ਦੀ
ਪੁਰੀ ਵੀ ਕਹਿੰਦੇ ਹਨ। ਮੁਕਤ ਹੋਈ ਸਭ ਦੁੱਖ ਮਿਟਾਵਤ। ਕਹਿ ਲਗੇ ਮਹਾਰਾਜ ਇਹ ਸ਼ਾਸਤਰਾਂ ਦੇ ਵਿੱਚ ਵੀ ਬੜੇ ਪ੍ਰਮਾਣ ਉਦਾਹਰਨ 19 ਤਰ੍ਹਾਂ ਦੇ ਲਿਖੇ ਹੋਏ ਹਨ। ਇਹਨੂੰ ਕਹਿੰਦੇ ਨੇ ਜੀ ਮੁਕਤੀ। ਸ਼ਿਵ ਜੀ ਭਗਵਾਨ ਦੀ ਪੁਰੀ ਹੈ, ਜਿਹੜਾ ਇੱਥੇ ਮਰੂ ਉਹਦੀ ਅਖੀਰ ਦੇ ਟਾਈਮ ਤੇ ਉਹਨੇ ਫਿਰ ਮੁਕਤ ਹੋ ਜਾਣਾ ਹੈ। ਸ਼ਾਸਤਰ ਵਿਖੇ ਮਹਾਤਮ ਕਹਾ। ਵੀ ਐਸ਼ ਕਾਂਸ਼ੀ ਦਾ ਬਨਾਰਦਾ ਕਹਿ ਲਓ, ਕਈ ਨਾਮ ਇਹਦੇ ਜਿਹੜੇ ਧਰਮ ਗ੍ਰੰਥਾਂ ਦੇ ਵਿੱਚ ਆਉਂਦੇ ਹਨ। ਮ੍ਰਿਤੂ ਹੋਈ ਜਾਵੇ ਸ਼ਿਵ ਜਹਾਂ। ਵੀ ਜਿਹੜਾ ਇੱਥੇ ਜਿਹਨੇ ਸਰੀਰ ਤਿਆਗਤਾ ਉਹ ਫਿਰ ਸ਼ਿਵ ਜੀ ਭਗਵਾਨ ਦੇ ਪਾਸ ਪਹੁੰਚ ਜਾਂਦਾ ਹੈ। ਜਾਂਤੇ ਮਹਿਮਾ ਇਹ ਥਲ ਕੀਰੀ। ਇਸੇ ਕਰਕੇ ਕਾਸ਼ੀ ਸ਼ਹਿਰ ਦੀ ਮਹਿਮਾ ਵਡਿਆਈ ਹਿੰਦੁਸਤਾਨ ਦੇ ਚਾਰੇ ਪਾਸੇ ਦੂਰ ਦੂਰ ਤੱਕ ਫੈਲੀ ਹੋਈ ਹੈ। ਸਭਨ ਤੀ ਉਤਮ ਹਮ ਹੀਰੀ। ਉਹ ਮਹਾਨ ਵਿਦਵਾਨ ਪੰਡਤ ਕਹਿ ਲਗੇ ਮਹਾਰਾਜ ਵੀ ਸਾਨੂੰ ਤਾਂ ਇਹਦੇ ਨਾਲ ਹੋਰ ਕੋਈ ਉੱਤਮ ਸ੍ਰੇਸ਼ਟ ਨਗਰ ਧਰਤੀ ਦੇ ਉੱਪਰ ਨਜ਼ਰ ਨਹੀਂ ਆਉਂਦਾ ਹੈ। ਦੋਹਰਾ ਜਗ ਗੁਰ ਬੋਲੇ ਬਚਨ ਪੁੰਨ ਮ੍ਰਿਤ ਸਮਾ ਜਬ ਆਈ। ਉਸ ਸਮੇਂ ਗੁਰੂ ਬਾਬਾ ਜੀ ਨੇ ਵੀ ਜਦੋਂ ਇਹਨਾਂ ਦੀਆਂ ਇਹੋ ਜਿਹੀਆਂ ਵਿਚਾਰਾਂ ਉਸ ਸਮੇਂ ਸੁਣ ਲਈਆਂ ਸਨ। ਰਾਮ ਨਾਮ ਉਪਦੇਸ਼ ਸਰੁਤ ਦੇਤ ਪਿਨਾਕੀ ਗਾਈ। ਜਿਵੇਂ ਇਹਨਾਂ ਦੀ ਵਿਚਾਰ ਪੁਰਾਤਨ ਸਮੇਂ ਤੋਂ ਚਲੀ ਆਉਂਦੀ ਹੈ। ਸਨਾਤਨ ਮਤ ਦੇ ਅੰਦਰ ਵੀ ਮਰਨ ਮੌਕੇ ਤੇ ਸ਼ਿਵ ਜੀ ਭਗਵਾਨ ਆ ਕੇ ਆਪਣਾ ਮੰਤਰ ਸੁਣਾਉਂਦੇ ਨੇ ਉਹਨੇ ਕੰਨ 'ਚ, ਤਾਂ ਫਿਰ ਉਹਦੀ ਫਿਰ ਕਲਿਆਣ ਹੋਇਆ ਕਰਦੀ ਹੈ। ਚੌਪਈ ਜਾਂਤੇ ਮੋਖ ਹੋਤ ਇਹ ਥਾਈ। ਪੰਡਤ ਵਿਦਵਾਨਾਂ ਨੇ ਬੇਨਤੀ ਕੀਤੀ ਮਹਾਰਾਜ ਵੀ ਜਿਹੜਾ ਇੱਥੇ ਸਰੀਰ ਛੱਡੂ ਉਹਦੀ ਫਿਰ ਸਦਾ ਦੇ ਲਈ ਮੁਕਤੀ ਹੋ ਜਾਣੀ ਹੈ। ਲਖੋ ਨਾਮ ਮਹਿਮਾ ਅਧਿਕਾਈ। ਗੁਰੂ ਬਾਬਾ ਜੀ ਕਹਿਣ ਲੱਗੇ ਇਹ ਪੰਡਤ ਲੋਗੋ ਨਾਮ ਦੀ ਮਹਿਮਾ ਵਡਿਆਈ ਤਾਂ ਇਹਦੇ ਨਾਲੋਂ ਵੀ ਬਹੁਤ ਜ਼ਿਆਦਾ ਵੱਡੀ ਹੈ। ਕਿਤੈ ਦੀਸ਼ ਹੋਵੇ ਥਲ ਕੋਈ। ਜਿਨ੍ਹਾਂ ਪ੍ਰਾਣੀਆਂ ਦੇ ਅੰਦਰ ਕਿਤੇ ਭਗਵਾਨ ਦਾ ਨਾਮ ਬਖਸ਼ ਗਿਆ ਕਿਤੇ ਵੀ ਰਹਿੰਦਾ ਹੈ, ਉੱਥੇ ਹੀ ਉਹਦੀ ਮੁਕਤੀ ਹੋ ਜਾਣੀ ਹੈ। ਨਾਮ ਹਿਰਦੈ ਗਤ ਪ੍ਰਾਪਤ ਹੋਈ। ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਿਆ ਉਹਨਾਂ ਦੀ ਤਾਂ ਆਪਣੇ ਆਪ ਹੀ ਕਲਿਆਣ ਹੋ ਜਾਣੀ ਹੈ। ਜਿੱਥੇ ਮਰਜੀ ਆਪਣਾ ਜਾ ਕੇ ਪੰਜ ਭੌਤਿਕ ਸਰੀਰ ਤਿਆਗ ਸਕਦੇ ਹਨ। ਜਿਉ ਕਬੀਰ ਕਾਂਸੀ ਥਲ ਤਿਆਗਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਭਗਤ ਕਬੀਰ ਜੀ ਕਾਂਸੀ ਸ਼ਹਿਰ ਨੂੰ ਛੱਡ ਕਰਕੇ ਕਿੱਥੇ ਚਲੇ ਗਏ। ਹੜੰਬੇ ਦੀ ਧਰਤੀ ਤੇ ਸਗਲ ਜਨਮ ਸ਼ਿਵਪੁਰੀ ਗਵਾਇਆ। ਮਰਤੀ ਵਾਰ ਮਗਰ ਉਠ ਆਇਆ। ਕਾਂਸੀ ਮਗਰ ਸਮ ਵਿਚਾਰੀ ਔਸ਼ੀ ਭਗਤ ਕੈਸੇ ਉਤਰਸ ਪਾਰੀ। ਭਗਤ ਕਬੀਰ ਜੀ ਕਹਿਣ ਲੱਗੇ ਵੀ ਮੇਰੀ ਦ੍ਰਿਸ਼ਟੀ ਤਾਂ ਦੋਵੇਂ ਇੱਕੋ ਹੀ ਨੇ। ਕਾਸ਼ੀ ਮਗਹਰ ਸਮ ਵਿਚਾਰੀ ਔਛੀ ਭਗਤ ਕੈਸੇ ਉਤਰਸ ਪਾਰੀ। ਹਰ ਕਾ ਸੰਤ ਮਰੈ ਹੜੰਬਤ ਸਗਲੀ। ਸੈਨਤ ਰਾਈ ਰੱਬ ਦਾ ਪਿਆਰਾ ਭਾਵੇਂ ਹੜੰਬੇ ਦੀ ਧਰਤੀ ਦੇ ਜਾ ਕੇ ਸਰੀਰ ਤਿਆਗ ਦੇ ਕੋਈ ਐਸੀ ਬਹਿ ਵਾਲੀ ਗੱਲ ਤਾਂ ਨਹੀਂ ਹੈ। ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਉਹਨੇ ਆਪਣੀਆਂ ਕੁਲਾਂ ਆਪਣੇ ਸਾਰੇ ਪਰਿਵਾਰ ਨੂੰ ਹੀ ਤਾਰ ਲੈਣਾ। ਜਿਹੜੀ ਹੈ ਕਹਿੰਦੇ ਮਗਹਰ ਦੀ ਧਰਤੀ, ਇਹ ਵੀ ਇੱਕ ਸਨਾਤਨ ਮਤ ਦਾ ਖਿਆਲ ਆ ਵੀ ਮਰ ਕੇ ਗਧੇ ਦੀ ਜੋਨੀ 'ਚ ਪੈਂਦਾ ਹੈ। ਇੱਕ ਦਫਾ ਵੇਦ ਵਿਆਸ ਜੀ ਨੇ ਨਾਰਾਜ਼ ਹੋ ਕੇ ਆਪਣਾ ਜਿਹੜਾ ਵਾਸਾ ਹੜੰਬੇ ਦੀ ਧਰਤੀ 'ਤੇ ਕਰ ਲਿਆ। ਸੁਣ ਕਰਕੇ ਇਹਨਾਂ ਦੀ ਮਹਿਮਾ ਵਡਿਆਈ ਦੂਰੋਂ ਦੂਰੋਂ ਬੜੇ ਜਿਹੜੇ ਵਿਦਿਆਰਥੀ ਵਿਦਿਆ ਪੜ੍ਹਨ ਵਾਸਤੇ ਆ ਗਏ। ਕਾਸ਼ੀ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਲੋਕ
ਜਾ ਕਰਕੇ ਉੱਥੇ ਜਦੋਂ ਵਸਣ ਲੱਗੇ ਦੇ ਕਰਕੇ ਭੋਲੇਨਾਥ ਦੇ ਮਨ ਦੇ ਵਿੱਚ ਬੜੀ ਚਿੰਤਾ ਫਿਕਰ ਖੜਾ ਹੋ ਗਿਆ ਵੀ ਤਾਂ ਮੇਰੀ ਜਿਹੜੀ ਪੁਰੀ ਹੈ ਇਹਦੀ ਮਹਿਮਾ ਬਹੁਤ ਜ਼ਿਆਦਾ ਘਟਣ ਲੱਗ ਪਈ। ਕੀ ਕੀਤਾ ਜਾਏ? ਵੈਦ ਵਿਆਸ ਜੀ ਦੇ ਪਾਸ ਬੜੇ ਜਿਹੜੇ ਸੇਵਕ ਦਾਸ ਵਿਦਿਆ ਪੜ੍ਹਨ ਵਾਸਤੇ ਆਲੇ ਦੁਆਲੇ ਤੋਂ ਵੀ ਆਉਣ ਲੱਗ ਪਏ ਸਨ। ਉਸ ਸਮੇਂ ਸ਼ਿਵ ਜੀ ਭਗਵਾਨ ਨੇ ਆਪਣੇ ਪੁੱਤਰ ਗਣੇਸ਼ ਜੀ ਨੂੰ ਸਿਖਾਇਆ ਵੀ ਕੋਈ ਨਾ ਕੋਈ ਉਪਾਅ ਯਤਨ ਕਰ, ਤਾਂ ਨਹੀਂ ਤਾਂ ਆਪਣੀਆਂ ਆ ਜਿਹੜੀ ਕਾਂਸ਼ੀ ਹੈ ਨਾ ਇਹਨੇ ਉਜੜ ਜਾਣਾ। ਕਿਤਨੀ ਦੁਨੀਆ ਉੱਥੇ ਜਾ ਕੇ ਬਸਣ ਲੱਗ ਪਈ। ਹੁਣ ਉਸ ਸਮੇਂ ਕਹਿੰਦੇ ਗਣੇਸ਼ ਜੀ ਵੀ ਵਿਦਿਆਰਥੀ ਬਣ ਕੇ ਵੈਦ ਵਿਆਸ ਜੀ ਦੇ ਪਾਸ ਚਲੇ ਗਏ। ਜਿਵੇਂ ਹੋਰ ਬਹੁਤ ਸਾਰੇ ਬੱਚੇ ਸੰਸਕ੍ਰਿਤ ਵਿਦਿਆ ਪੜ੍ਹਿਆ ਕਰਦੇ ਸਨ। ਇੱਕ ਦਿਨ ਦਾ ਜ਼ਿਕਰ, ਉਸ ਸਮੇਂ ਗਣੇਸ਼ ਜੀ ਕਹਿਣ ਲੱਗੇ ਵੈਦ ਵਿਆਸ ਜੀ ਵੀ ਆ ਮਗਹਰ ਦੀ ਧਰਤੀ 'ਚ ਜਿਹੜਾ ਮਰੇਗਾ ਉਹਦੀ ਕੈਸੀ ਗਤ ਹੋਏਗੀ। ਕਹਿਣ ਲੱਗੇ ਉਹਨਾਂ ਨੇ ਬੈਕੁੰਠਾ ਨੂੰ ਜਾਣਾ। ਦੁਬਾਰਾ ਫਿਰ ਪੁੱਛਿਆ ਲੈ ਮਹਾਰਾਜ ਮੈਨੂੰ ਪਤਾ ਨਹੀਂ ਲੱਗਿਆ। ਜਦੋਂ 2-3 ਵਾਰੀ ਇਹੀ ਗੱਲ ਪੁੱਛੀ, ਗਣੇਸ਼ ਜੀ ਨੇ ਜਾਣ ਬੁੱਝ ਕੇ ਪਹਿਲਾਂ ਹੀ ਭੋਲੇਨਾਥ ਨੇ ਸਿਖਾ ਕਰਕੇ ਭੇਜਿਆ ਸੀ। ਉਸ ਸਮੇਂ ਨਾਰਾਜ਼ ਹੋ ਕੇ ਵੈਦ ਵਿਆਸ ਜੀ ਕਹਿਣ ਲੱਗੇ ਜਾਣਾ ਕਿੱਥੇ ਹੈ? ਉਹ ਮਰ ਕੇ ਫਿਰ ਗਧੇ ਦੀ ਜੂਨੀ ਪਾਊ। ਉਸ ਸਮੇਂ ਗਣੇਸ਼ ਜੀ ਕਹਿਣ ਲੱਗੇ ਮਹਾਰਾਜ ਤਥਾ ਅਸਤੂ, ਆਪਦੇ ਵਚਨ ਸੱਚੇ ਹੋਣ। ਪਰ ਭਗਤ ਕਬੀਰ ਜੀ ਨੇ ਇਹੋ ਜਿਹੀਆਂ ਪੁਰਾਤਨ ਸਮੇਂ ਦੀਆਂ ਵਿਚਾਰਾਂ ਨੂੰ ਨਹੀਂ ਪ੍ਰਮਾਣਿਕ ਮੰਨਿਆ। ਉਹਨਾਂ ਨੇ ਸੱਚੇ ਵਚਨ ਕਹੇ ਹਨ। ਆਪਣੀ ਰਸਨਾ ਤੋਂ ਕਾਂਸ਼ੀ ਮਗਹਰ ਸਮ ਵਿਚਾਰੀ, ਕੋਸ਼ੀ ਭਗਤ ਕੈਸੇ ਉਤਰ ਸਪਾਰੀ। ਵੀ ਪਰਮਾਤਮਾ ਦੀ ਭਗਤੀ ਤਾਂ ਹਿਰਦੇ ਦੇ ਵਿੱਚ ਵਸੀ ਨਹੀਂ, ਉਹ ਕਾਂਸ਼ੀ ਦੇ ਵਿੱਚ ਮਰ ਕੇ ਉਹਨਾਂ ਦੀ ਫਿਰ ਕਿਵੇਂ ਗਤੀ ਹੋ ਸਕਦੀ ਹੈ? ਮਗ ਮੈਂ ਬਸਾ ਨਾਮ ਅਨੁਰਾਗਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਭਗਤ ਕਬੀਰ ਜੀ ਛੱਡ ਕਰਕੇ ਨਾ ਤੁਹਾਡੀ ਸ਼ਿਵ ਜੀ ਭਗਵਾਨ ਦੀ ਪੁਰੀ ਨੂੰ ਕਿੱਥੇ ਜਾ ਕੇ ਵਸੇ ਸੀ? ਮਗਹਰ ਦੀ ਧਰਤੀ ਦੇ ਉੱਪਰ। ਸਤ ਸੰਗਤ ਹਵੈ ਰਹੀ ਤਾਂ ਹੀ। ਉੱਥੇ ਹੀ ਬੜੇ ਜਗਿਆਸੂ ਭਗਤ ਕਬੀਰ ਜੀ ਦੇ ਪਾਸ ਆ ਕਰਕੇ ਗੁਰਮਤਿ ਦੀਆਂ ਵਿਚਾਰਾਂ ਦਾ ਬੜਾ ਲਾਭ ਪ੍ਰਾਪਤ ਕਰਿਆ ਕਰਦੇ ਸਨ। ਭਈ ਮੋਖ ਤਜ ਦਿਹ ਉਹਾਂ ਹੀ। ਗੁਰੂ ਬਾਬਾ ਜੀ ਕਹਿਣ ਲੱਗੇ ਪੰਡਤ ਲੋਗੇ ਆਓ ਦੱਸੋ ਵੀ ਭਗਤ ਕਬੀਰ ਜੀ ਕਿੱਥੇ ਗਏ? ਆਪਣਾ ਪੰਜ ਭੌਤਿਕ ਸਰੀਰ ਤਿਆਗ ਕਰਕੇ ਉਹ ਤਾਂ ਭਾਵੇਂ ਆਪਣੇ ਮਗਹਰ ਦੇ ਵਿੱਚ ਜਾ ਕਰਕੇ ਨਾ ਹੁਣ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਭਗਤ ਕਬੀਰ ਤਾਂ ਸੁਣਦੇ ਹੀ ਸੱਚਖੰਡ ਦੇ ਵਿੱਚ ਪਹੁੰਚ ਗਏ ਹਨ। ਜਨ ਹੋ ਏਕ ਮੋਖ ਕੋ ਦਾਤਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਇਹ ਤਾਂ ਹੈਗੇ ਤੁਹਾਡੇ ਦਰਅਸਲ ਮਨ ਦੇ ਵਿੱਚ ਪਰਮ ਭੁਲੇਖੇ ਬੈਠੇ ਹੋਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸ ਗਿਆ ਨਾਮ। ਇਹ ਮੁਕਤੀ ਵੀ ਉਹਨਾਂ ਨੂੰ ਪ੍ਰਾਪਤ ਹੋਣੀ ਹੈ। ਸਤਿਨਾਮ ਸਭ ਜਗ ਬਖਿਆਤਾ। ਜਾਂ ਪਰਮਾਤਮਾ ਦੇ ਨਾਮ ਦਾ ਜਿਹੜਾ ਤੇਜ ਪ੍ਰਤਾਪ ਦਾ ਸਾਰੀ ਦੁਨੀਆ ਦੇ ਵਿੱਚ ਚਾਰੇ ਪਾਸੇ ਬੜਾ ਪ੍ਰਗਟ ਹੈ। ਔਰ ਕਿਸੂ ਤੇ ਮੋਖ ਨਾ ਹੋਈ। ਗੁਰੂ ਬਾਬਾ ਜੀ ਕਹਿਣ ਲੱਗੇ ਹੋਰ ਕਿਸੇ ਢੰਗ ਤਰੀਕੇ ਦੁਆਰਾ ਇਸ ਪ੍ਰਾਣੀ ਦੀ ਮੁਕਤੀ ਹੋਣੀ ਨਹੀਂ। ਭਾਵੇਂ ਜਿਤਨੀ ਮਰਜ਼ੀ ਕਾਂਸ਼ੀ ਸ਼ਹਿਰ ਦੇ ਵਿੱਚ ਜਾ ਕਰਕੇ ਮਰੇ ਵੀ ਤਾਂ ਵੀ ਉਹਨਾਂ ਦੀ ਕਦੇ ਕਲਿਆਣ ਨਹੀਂ ਹੋਣੀ ਹੈ। ਕੋਟ ਪਾਓ ਕਰੀ ਜੀ ਕੋਈ। ਕੋਟ ਪਾਓ। ਗੁਰੂ ਬਾਬਾ ਜੀ ਕਹਿਣ ਲੱਗੇ ਭਾਵੇਂ ਕੋਈ ਕਰੋੜਾਂ ਉਪਾਅ ਯਤਨ ਕਰਕੇ ਦੇ ਲੈ ਮਨੁੱਖ, ਪਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਕਦੇ ਵੀ ਕਿਸੇ ਨੂੰ ਇਹ ਮੁਕਤੀ ਦੀ ਜਿਹੜੀ ਦਾਤ
ਪ੍ਰਾਪਤ ਨਹੀਂ ਹੋਣੀ ਹੈ। ਦੋਹਰਾ ਸੁਨ ਕਰ ਪੰਡਿਤ ਕਹਿਤ ਭੀ ਹੈ ਅਨੇਕ ਹਰ ਨਾਮ। ਉਸ ਸਮੇਂ ਪੰਡਤਾਂ ਨੇ ਫਿਰ ਇੱਕ ਸਵਾਲ ਪ੍ਰਸ਼ਨ ਗੁਰੂ ਬਾਬਾ ਜੀ ਦੇ ਅੱਗੇ ਰੱਖਿਆ। ਸੱਚੇ ਪਾਤਸ਼ਾਹ ਵੀ ਪਰਮਾਤਮਾ ਦੇ ਤਾਂ ਅਨੇਕਾਂ ਹੀ ਨਾਮ ਹਨ, ਉਹ ਕਿਹੜਾ ਨਾਮ ਹੈ ਵੀ ਜਿਹਦੇ ਨਾਲ ਜਿਗਿਆਸੂ ਦਾ ਪਾਰ ਉਤਾਰਾ ਹੋ ਸਕਦਾ ਹੈ? ਕੌਣ ਨਾਮ ਹੈ ਮੁਕਤ ਦਾ ਸੋ ਕਹੀਏ ਅਬਰਾਮ। ਆਪ ਸਰਬੱਗ ਅੰਤਰਜਾਮੀ ਤਰਕਾਲਦਰਸ਼ੀ ਸਾਨੂੰ ਦੱਸੋ ਵੀ ਕਿਹੜਾ ਪਰਮਾਤਮਾ ਦਾ ਨਾਮ ਇਸ ਪ੍ਰਾਣੀ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਸਕਦਾ ਹੈ? ਚੌਪਈ ਸ਼੍ਰੀ ਨਾਨਕ ਪੰਨਾ ਬੈਨ ਉਚਾਰੀ। ਇਹ ਸੁਣ ਕਰਕੇ ਉਸ ਸਮੇਂ ਗੁਰੂ ਬਾਬਾ ਜੀ ਨੇ ਬੜੇ ਐਸੇ ਅਗਮੀ ਬਚਨ ਕੀਤੇ ਜੋ ਨੌਕਾ ਸਭ ਪਾਰ ਉਤਾਰੀ। ਇਹ ਪੰਡਤ ਲੋਕ ਵਿਦਵਾਨੋ ਦੇਖੋ, ਦਰਿਆਵਾਂ ਦੇ ਕਿਨਾਰੇ ਤੇ ਕਿਤਨੀਆਂ ਬੇੜੀਆਂ ਖੜੀਆਂ ਹੁੰਦੀਆਂ ਨੇ, ਤੁਸੀਂ ਆਪਣੇ ਆਪ ਹੀ ਜਾਣਦੇ ਹੋ। ਜਿਵੇਂ ਆਪਾਂ ਕਹਾਵਤ ਸੁਣਦੇ ਹਾਂ ਵੀ ਦੋ ਬੇੜੀਆਂ ਦੇ ਵਿੱਚ ਸਵਾਰ ਹੋਣ ਵਾਲਾ ਉਹ ਪਾਰ ਨਹੀਂ ਲੰਘਦਾ, ਉਹਨੇ ਵਿਚਾਲੀ ਡੁੱਬ ਜਾਣਾ ਹੈ। ਵੀ ਬਥੇਰੀਆਂ ਬੇੜੀਆਂ ਖੜੀਆਂ ਹੁੰਦੀਆਂ ਹਨ ਸਮੁੰਦਰ ਦੇ ਕਿਨਾਰੇ ਤੇ, ਜੋ ਵੀ ਜਿਹੜੀ ਬੇੜੀ ਦੇ ਵਿੱਚ ਮੁਸਾਫਰ ਬਹਿ ਗਿਆ ਉਹਨੂੰ ਉਸੇ ਨੇ ਫਿਰ ਪਾਰਲੇ ਕਿਨਾਰੇ ਤੇ ਪਹੁੰਚਾ ਦੇਣਾ ਹੈ। ਪੁੰਨ ਜਿਸ ਨੌਕਾ ਪਰ ਚੜ ਕੋ। ਕੋਈ ਵੀ ਪ੍ਰਾਣੀ ਜਿਹੜੀ ਨਾਮ ਰੂਪੀ ਬੇੜੀ ਦੇ ਵਿੱਚ ਚੜ ਜਾਏਗਾ ਤੇ ਕੋ ਪਾਰ ਉਤਾਰੈ ਸੋ। ਉਸੇ ਪਰਮਾਤਮਾ ਦੇ ਨਾਮ ਨੇ ਉਹਨਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦੇਣਾ ਹੈ। ਤਿਸ ਹੀ ਸੰਗ ਤਾਹੇ ਕੋ ਕਾਮੋ। ਵੀ ਜਿਹੜੀ ਬੇੜੀ ਦੇ ਵਿੱਚ ਕੋਈ ਮੁਸਾਫਰ ਬਹਿ ਗਿਆ, ਕੰਮ ਵੀ ਉਹਦੇ ਨਾਲ ਹੀ ਹੋ ਜਾਂਦਾ ਨਾ। ਜਿਹੜਾ ਵੀ ਕੋਈ ਜਿਹੜੇ ਨਾਮ ਰੂਪੀ ਬੇੜੇ ਦੇ ਵਿੱਚ ਚੜ ਗਿਆ ਉਹਦੇ ਨਾਲ ਹੀ ਉਸ ਦਾ ਫਿਰ ਇਹ ਜਿਹੜਾ ਮੁਕਤੀ ਰੂਪੀ ਕਾਰਜ ਪੂਰਾ ਹੋ ਜਾਣਾ। ਉਤਰੈ ਪਾਰ ਪਾਈ ਸੁਖ ਧਾਮੋ। ਜਿਹੜਾ ਵੀ ਜਿਹੜੇ ਨਾਮ ਰੂਪੀ ਬੇੜੀ ਦੇ ਵਿੱਚ ਬਹਿ ਗਿਆ ਉਹਨੇ ਪਾਰ ਉਤਾਰ ਕਰਕੇ ਉਸ ਵਾਹਿਗੁਰੂ ਦੇ ਦੇਹ ਦੇ ਵਿੱਚ ਪਹੁੰਚਾ ਦੇਣਾ। ਤੈਸੇ ਗੁਰ ਜੋ ਨਾਮ ਬਤਾਈ। ਇਸੇ ਤਰ੍ਹਾਂ ਵੀ ਜੋ ਪਰਮਾਤਮਾ ਦੇ ਭਾਵੇਂ ਬੇਅੰਤੀ ਨਾਮ ਹਨ, ਵਾਹਿਗੁਰੂ ਦੇ ਨਾਮਾਂ ਦਾ ਤਾਂ ਕਹਿੰਦੇ ਅੱਜ ਤੱਕ ਸ਼ੇਸ਼ਨਾਗ ਵੀ ਕੋਈ ਅੰਤ ਨਹੀਂ ਪਾ ਸਕਿਆ। ਸੋ ਤੇ ਕੋ ਹੋਵਤ ਗਤ ਦਾਈ। ਉਹੀ ਫਿਰ ਪਰਮਾਤਮਾ ਦਾ ਜਿਹੜਾ ਨਾਮ ਪ੍ਰਾਣੀਆਂ ਦੇ ਲਈ ਇੱਕ ਕਲਿਆਣਕਾਰੀ ਹੋਇਆ ਕਰਦਾ ਹੈ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ। ਵੀ ਜਿਨ੍ਹਾਂ ਵੱਡੇ ਭਾਗਾਂ ਵਾਲੇ ਜਿਗਿਆਸੂਆਂ ਨੇ ਆਪਣੇ ਗੁਰੂ ਪੀਰਾਂ ਦੇ ਉਪਦੇਸ਼ ਨੂੰ ਮਨ ਦੇ ਵਿੱਚ ਸਦਾ ਦੇ ਲਈ ਧਾਰਨ ਕਰ ਲਿਆ, ਉਸ ਸਮੇਂ ਵੀ ਉਹੀ ਜਿਹੜਾ ਉਪਦੇਸ਼ ਇਸ ਪ੍ਰਾਣੀ ਦਾ ਕਲਿਆਣਕਾਰੀ ਹੋ ਜਾਣਾ। ਸੋ ਭਵ ਸਾਗਰ ਪਾਰ ਉਤਾਰਾ। ਉਹੀ ਉਪਦੇਸ਼ ਵੱਡੇ ਭਾਗਾਂ ਵਾਲਿਆਂ ਨੂੰ ਸੰਸਾਰ ਸਾਗਰ ਤੋਂ ਪਰ ਕਰ ਦੇਗਾ। ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨਾ। ਇਹ ਜਦੋਂ ਇਹੋ ਜਿਹੇ ਗੁਰੂ ਬਾਬਾ ਜੀ ਦੇ ਗਿਆਨ ਦੇ ਨਾਲ ਪਰੇ ਪ੍ਰਵਚਨ ਨਾ ਵਿਦਵਾਨ ਪੰਡਤਾਂ ਨੇ ਸੁਣ ਲਏ। ਪੰਡਿਤ ਬਿਨੈ ਭਨੈ ਸੁਠ ਰਚਨਾ। ਹੁਣ ਜਿਸ ਪ੍ਰਕਾਰ ਇਹਨਾਂ ਨੇ ਅੱਗੇ ਗੁਰੂ ਬਾਬਾ ਜੀ ਦੇ ਅੱਗੇ ਹੱਥ ਜੋੜਨੇ ਹਨ, ਨਾਮ ਦੀ ਮਹਿਮਾ ਵਡਿਆਈ ਨੂੰ ਜਾਣਨ ਦੇ ਲਈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖ ਤਾਈ ਨੇ ਹਾਲ ਕਰ ਰਹੇ ਨੇ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ। ਸੋ ਭਵ ਸਾਗਰ ਉਤਰਾ ਪਾਰਾ। ਗੁਰ ਉਪਦੇਸ਼ ਹਿਰਦੈ ਜਿਨ ਧਾਰਾ।
ਸੋ ਭਬ ਸਾਗਰ ਉਤਰਾ ਪਾਰਾ ਏ ਚੌਥੇ ਪਾਰ ਬ੍ਰਹਮਾ ਅਵਨਾਸੀ ਅਗ ਅਗਨਾਸ